सब तो पहला तो मैं ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਸਮਾਂ ਕੱਢਿਆ। ਅਸਲੀ ਗੱਲ ਹੈ ਕਿ हेलो जिस दिन तो कैप्टन अमरिंदर सिंह जी महाराज जी कोई ਜਿਹੜੇ ਦਿੱਲੀ कमेटी के सामने पेश हो के आए हैं उस दिन तो बड़ियां सिलेक्टिव जियां लीकेज ते ਜਿਹਦੇ ਵਿੱਚ ਜਿਹੜੇ ਡੋਜ਼ੀਅਰ ਬਣਾ ਕੇ ਦਿੱਤੇ ਗਏ ਆ ਐਮਐਲਏਸ ਤੇ ਮਿਨਿਸਟਰਸ ਦੇ ਤੇ ਉਹਦੀਆਂ ਖਬਰਾਂ ਕਾਫੀ ਆ ਰਹੀਆਂ। ਇੱਕ ਤਾਂ मैं कैप्टन अमरिंदर सिंह जी ਨੂੰ ਇਹ ਕਹਿਣਾ ਚਾਹੁੰਦਾ ਕਿ ਇਹ ਤੁਸੀਂ ਪਬਲਿਕਲੀ ਦੱਸੋ ਵੀ ਜੇ ਇਹ ਡੋਜ਼ੀਅਰ ਗਏ ਆ ਤੇ ਇਹ ਕਰਪਟ ਬੰਦੇ ਕਿਹੜੇ ਤੇ ਜੇ ਮੇਰਾ ਵੀ ਉਹਦੇ ਵਿੱਚ ਹੈਗਾ ਤਾਂ ਮੇਰਾ ਵੀ ਸਭ ਤੋਂ ਪਹਿਲਾਂ ਭਾਵੇਂ ਜਿਹੜਾ ਕੱਢ ਕੇ ਦੱਸੋ। ਔਰ ਹੈਰਾਨਗੀ ਦੀ ਗੱਲ ਪਤਾ ਕੀ ਆ कि एक मिनिस्टर जिहड़ा दो बारी एक जमीन की कंपनसेशन लै गया वो अजकल जिहड़े शार्प शूटर बने रहे हैं कैप्टन अमरिंदर सिंह जी कित्थे तक आपां इन्हां नूं लुको लवांगे, कित्थे तक आपां सिलेक्टिव लीकेज करके सिलेक्टिव बंदियां दे डोजियर बना के ते जे हुण तक जे तुहानूं सारियां इन्हां चीज़ां दा पता सी ਤਾਂ ਫਿਰ ਆਪਾਂ ਕਿੱਥੇ ਖੜੇ ਆ। ਜੇ ਇਹ ਇਨ ਰਾਈਟਿੰਗ ਦੇ ਕੇ ਆਏ ਆ ਇਹ ਕਲੈਰੀਫਾਈ ਕਰਨ, ਜੇ ਇਨ ਰਾਈਟਿੰਗ ਦੇ ਕੇ ਆਏ ਆ ਤਾਂ ਫਿਰ ਇਹ ਇਹਨਾਂ ਦੀ ਇੱਕ ਕਨਫੈਸ਼ਨਲ ਸਟੇਟਮੈਂਟ ਆ ਕਿ ਹੀ ਇਜ਼ ਰਨਿੰਗ ਏ ਕਰਪਟ ਗਵਰਨਮੈਂਟ। ਔਰ ਮੈਂ ਤਾਂ ਇਸ ਗੱਲ ਤੇ ਹੈਰਾਨ ਆ ਮੇਰੇ ਕੋਲ ਕਾਗਜ਼ ਹੈਗੇ ਆ गवर्नमेंट ने 4 साल पहला एक इरीगेशन घोटाला फड़िया ते उस घोटाले दे विच कन्फेशनल स्टेटमेंट भी आ जिहदे विच 3 IAS ऑफिसर ते 2 पॉलिटिशियन आ ते जे कन्फेशनल स्टेटमेंट भी हैगी आ ते फिर इन्हां डोजियर दा की बनिया ये कित्थे रह गए। क्योंकि जे इहो जी सोच ना आप चलन डे हैं तो फिर आप पंजाब को किधर नूं लैके जा रहे हैं। और ਉਹਦੇ ਨਾਲ क्योंकि ਇਹਦੇ ਵਿੱਚ 35 ਕਰੋੜ ਤੇ 35 ਲੱਖ ਰੁਪਏ ਦਾ ਜਿਹੜਾ ਗੁਰਿੰਦਰ ਸਿੰਘ ਜਿਹੜਾ ਫੜ ਹੋਇਆ ਸੀ ਉਹਦੀ ਸਟੇਟਮੈਂਟ ਆ ਉਹਨੂੰ ਕਦੀ ਕਰੈਪੋਰੇਟ ਕੀਤਾ। ਉਹਦੀਆਂ ਫਰਦਰ 2 ਫਾਈਲਾਂ ਕਦੀ ਉਹ ਡਿਪਾਰਟਮੈਂਟ ਨੂੰ ਚਲੇ ਜਾਂਦੀਆਂ कभी वो किसी पासे में चले जाती है। और ਉਹਦੇ ਨਾਲ एक 1200 करोड़ रुपए का ਜਿਹੜਾ ਸੁਰਿੰਦਰਪਾਲ ਪਹਿਲਵਾਨ ਆ ਉਹਦੇ ਤੇ ਪਰਚਾ ਦਰਜ ਕੀਤਾ ਸੀ। ਤੇ ਮੈਂ ਇਸ ਗੱਲ ਦੀ ਹੈਰਾਨਗੀ ਮਹਿਸੂਸ ਕਰਦਾ ਵੀ 1200 ਕਰੋੜ ਰੁਪਇਆ ਸਿਸਟਮ ਦੇ ਵਿੱਚੋਂ ਇੱਕੋ ਹੀ ਬੰਦਾ ਖਾ ਗਿਆ। ਉਹਦੇ ਵਿੱਚ ਨਾ ਕੋਈ ਪੋਲੀਟੀਕਲ ਬੰਦਾ ਸੀ, ना कोई ब्यूरोक्रेट सी, ना कोई थले सी, ना कोई ऊपर सी। ते जे इहो जिहा सिस्टम है तो फिर आपां जिहड़ा 32,000 करोड़ रुपए दी तनख्वाह दिंदे हो काहे नहीं दिंदे, ਉਹਨੂੰ कोई सुपरवाइज करने वाला नहीं सी। अकाली दल दी सरकार सी, बीजेपी नाल ਉਹਦੀ ਭਾਈਵਾਲ ਸੀ ਤੇ ਉਹ ਕਿੱਥੇ ਐਗਜ਼ੀਕਿਊਟ ਹੋਇਆ ਮੈਨੂੰ ਨਹੀਂ ਲੱਗਦਾ ਕਦੀ ਇਸ ਗੱਲ ਤੇ। ਔਰ ਏਸੀ ਵਿਜੀਲੈਂਸ ਡਿਪਾਰਟਮੈਂਟ 2003 ਦੇ ਵਿੱਚ ਡਿਸਪ੍ਰੋਪੋਰਸ਼ਨੇਟ ਐਸੈਟਸ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਇਹਨਾਂ ਦੇ ਪਰਿਵਾਰ ਤੇ ਪਰਚਾ ਦਰਜ ਕੀਤਾ ਔਰ ਉਹਦਾ ਆਈਓ ਸੁਰਿੰਦਰਪਾਲ ਸੀ ਤੇ ਸੁਪਰਵਾਈਜ਼ਰੀ ਆਫੀਸਰ ਬੀਕੇ ਉੱਪਰ ਸੀ। ਤੇ ਉਹ ਐਂਡ ਆਫ ਦਾ ਡੇ ਜਦੋਂ ਉਹਨਾਂ ਦੀ ਇਕੁਇਟਲ ਹੋਈ ਆ ਉਹਦੇ ਵਿੱਚ 59 ਜਿਹੜੇ ਗਵਾਹ ਆ वो हॉस्टाइल हुए हैं इंक्लूडिंग आईओ एंड सुपरवाइजरी ऑफिसर। और मैनू क्योंकि मैं थोड़ी बहुत नौकरी भी की है जिन्नी मैनू गल समझ आती है क्योंकि जे इदां दे असीं काम करते हैं
ਔਰ ਉਸ ਜੱਜਮੈਂਟ ਦੇ ਵਿੱਚ ਜਿਹੜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦੇ ਪਰਿਵਾਰ ਤੇ ਆਈ ਸੀ, ਉਹਦੇ ਵਿੱਚ ਬੇਸਿਕਲੀ ਬੀਪੀ ਉੱਪਰ ਨਹੀਂ ਰਿਕਮੈਂਡ ਹੋਇਆ ਸੀ ਕਿ ਇਹਦੇ ਤੇ ਪਰਚੀ ਤਾਂ ਜਿਹੜਾ ਪਰਚਾ ਦਰਜ ਕੀਤਾ ਜਾਵੇ, ਔਰ ਇਹ ਹਾਈ ਕੋਰਟ ਦੇ ਵਿੱਚ ਅਨਕੰਡੀਸ਼ਨਲ ਅਪੋਲੋਜੀ ਲੈ ਕੇ ਤੇ ਉਹ ਕੇਸ ਜਿਹੜਾ ਆ ਉਹ ਸੈਟਲ ਹੋਇਆ। ਕੈਪਟਨ ਅਮਰਿੰਦਰ ਸਿੰਘ ਜੀ, ਆਪਾਂ ਇਹ ਨਾ ਕਰੀਏ, ਆਪਾਂ ਇਹ ਕਿੱਧਰ ਨੂੰ ਖੇਡ ਤੋਰ ਲਈ ਆ। ਔਰ ਮੈਂ ਤਾਂ ਕਿਉਂਕਿ ਨਾ ਤਾਂ ਕੋਈ ਡਿਵੀਜ਼ਨ ਹੈ ਕਾਂਗਰਸ ਦੇ ਵਿੱਚ, ਲੇਕਿਨ ਮੈਂ ਤੁਹਾਨੂੰ ਵੀ ਸਾਰੇ ਪ੍ਰੈਸ ਵਾਲੇ ਵੀਰਾਂ ਨੂੰ ਵੀ ਕਹੂੰਗਾ, ਕਿਉਂਕਿ ਆਪਾਂ ਸਾਰਿਆਂ ਨੇ ਪੰਜਾਬ 'ਚ ਰਹਿਣਾ, ਆਪਣੇ ਬੱਚਿਆਂ ਨੇ ਪੰਜਾਬ 'ਚ ਪੜ੍ਹਨਾ, ਆਪਾਂ ਪੰਜਾਬ ਦੇ ਜੰਮਪਲ ਹੈ, ਆਪਾਂ ਪੰਜਾਬ ਦੀ ਬਿਹਤਰੀ ਦੀ ਗੱਲ ਕਰਦੇ ਆ, ਲੇਕਿਨ ਆਪਾਂ ਡਿਵੀਜ਼ਨ ਦੀ ਗੱਲ ਨਾ ਕਰਕੇ ਆਪਾਂ ਇੱਕ ਸਿਸਟਮ ਦੀ ਔਰ ਇੱਕ ਇਸ਼ੂਜ਼ ਦੀ ਗੱਲ ਕਰੀਏ। ਕਿਉਂਕਿ ਜੇ ਆਪਾਂ ਇਸ਼ੂਜ਼ ਦੀ ਗੱਲ ਨਹੀਂ ਕਰਾਂਗੇ, ਮੈਂ ਤਾਂ ਕਈ ਵਾਰੀ ਐਕਚੁਅਲੀ ਹੁਣ ਹੋ ਕੀ ਰਿਹਾ ਕਿ ਉਸ ਗਰੁੱਪ ਦੇ ਵਿੱਚ ਕਿੰਨੇ ਬੰਦੇ ਆ, ਉਸ ਗਰੁੱਪ ਦੇ ਵਿੱਚ ਕਿੰਨੇ ਬੰਦੇ ਆ, ਮੈਨੂੰ ਤਾਂ ਇਹ ਨਹੀਂ ਲੱਗਿਆ ਵੀ ਕਿਹੜਾ ਗਰੁੱਪ ਹੈ। ਇਹ ਗਰੁੱਪ ਕ੍ਰੀਏਟ ਕੀਤੇ ਜਾ ਰਹੇ ਆ, ਔਰ ਉਹਦੇ ਵਿੱਚ ਜਿਹੜੇ ਸੀਨੀਅਰ ਬੰਦੇ ਜਿਹੜੇ ਕਹਿੰਦੇ ਜੀ ਹੁਣ ਫਲਾਣੇ ਗਰੁੱਪ 'ਚ ਕੋਈ ਚਾਹ ਪੀ ਕੇ ਫੋਟੋ ਖਿਚਾ ਰਿਹਾ, ਕੋਈ ਕੁਛ ਕਰਕੇ ਫੋਟੋ ਖਿਚਾ ਰਿਹਾ, ਮੈਂ ਉਹਨਾਂ ਨੂੰ ਵੀ ਰਿਕੁਐਸਟ ਕਰਦਾ ਆਪਾਂ ਇਸ਼ੂਜ਼ ਦੀ ਗੱਲ ਕਰੀਏ, ਆਪਾਂ ਲੋਕਾਂ ਦੇ ਵਿੱਚ ਜਾਣਾ, ਜਿਹੜੇ ਇਸ਼ੂਜ਼ ਨੂੰ ਆਪਾਂ ਖੜੇ ਹੋਏ ਆ ਨਾ, ਉਸ ਇਸ਼ੂ ਤੇ ਸਾਨੂੰ ਪਹਿਰਾ ਦੇਣ ਦੀ ਜ਼ਰੂਰਤ ਹੈ। ਔਰ ਇੱਕ ਹੋਰ ਪ੍ਰਥਾ ਚੱਲ ਪਈ ਵੀ ਜਿਹੜੇ ਪੀਏ ਆ ਉਹਨਾਂ ਦੇ ਪਰਚਾ, ਸਾਡੇ ਇੱਕ ਮੰਤਰੀ ਦੇ ਪੀਏ ਤੇ ਮੇਰਾ ਖਿਆਲ ਹੈ ਕਿ 3-4 ਮਹੀਨੇ ਬਾਅਦ ਜਾਂ 7 ਮਹੀਨੇ ਬਾਅਦ ਪਰਚਾ ਦਿੱਤਾ। ਤੇ ਜਿਹੜੇ ਤੁਹਾਡੇ ਪੀਏ ਆ, ਜਿਹੜੇ ਪਿਛਲੇ 4.5 ਸਾਲਾਂ ਦੇ ਵਿੱਚ ਜਿੱਥੇ 7 ਸਟਾਰ ਹੋਟਲ ਤੇ 7 ਸਟਾਰ ਹੀ ਲਗਭਗ ਮੈਰਿਜ ਪੈਲੇਸ, ਤੇ ਇੱਕ ਓਐਸਡੀ ਤਾਂ ਉਹ ਆ ਵੀ ਐਸਟੀਐਫ ਦੀ ਰਿਪੋਰਟ ਦੇ ਵਿੱਚ ਜਿਹੜਾ ਰਾਣੂ ਸਰਪੰਚ ਫੜਿਆ ਸੀ ਤੇ ਉਹਦਾ ਨਾਂ ਉਹਦੇ ਵਿੱਚ ਬੋਲਦਾ, ਕਦੀ ਆਪਾਂ ਕਿੱਧਰ ਨੂੰ, ਆਪਣਾ ਸਟਾਫ ਕਿੱਧਰ ਨੂੰ ਜਾਣਾ, ਆਪਾਂ ਕਿਤੇ ਦਾ ਖੜ ਜਾਈਏ। ਔਰ ਪਤਾ ਨਹੀਂ, ਹੁਣ ਮੈਂ ਤਾਂ ਹੈਰਾਨਗੀ ਮੈਨੂੰ ਇਸ ਗੱਲ ਦੀ ਆ ਕਿ ਜਿਹੜਾ ਆ ਬਠਿੰਡੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਜਿਹੜਾ ਕ੍ਰਾਂਤੀ ਸਿੰਘ ਕੋਲੋਂ ਅਰਦਾਸ ਕਰਾਈ ਗਈ ਹੈ, ਉਹਨੂੰ ਨੋਮੀਨੇਟ ਤਾਂ ਕਰ ਲਿਆ, ਪਰ ਕੈਪਟਨ ਸਾਹਿਬ ਉਹਦੇ ਤੋਂ ਪੜਦਾ ਜਿਹੜਾ ਇਹ ਸ਼ਰਾਰਤ ਹੋਈ ਆ, ਔਰ ਇਹ ਸ਼ਰਾਰਤ ਬੀਜੇਪੀ ਵੱਲੋਂ ਹੋਈ ਆ, ਕਿਉਂਕਿ ਬੀਜੇਪੀ ਦਾ ਇੱਕ ਲੀਡਰ ਜਿਹੜਾ ਉਹਦੇ ਵਿੱਚ ਇਨਵੋਲਵ ਹੋਇਆ, ਉਹਦੀ ਫੁਟੇਜ ਵੀ ਆਈ ਆ ਜਾਂ ਹੋਰ ਵੀ ਚੀਜ਼ਾਂ ਆਈਆਂ, ਤੇ ਆਪਾਂ ਇਹੋ ਜਿਹੀਆਂ ਸ਼ਰਾਰਤਾਂ ਪੰਜਾਬ ਦੇ ਵਿੱਚ ਕਰਾਂਗੇ ਤਾਂ ਇਹ ਪੰਜਾਬ ਦੀ ਬਹੁਤੀ ਚੰਗੀ ਗੱਲ ਨਹੀਂ। ਔਰ ਮੈਂ ਅੱਛਾ ਉਹ ਤੋਂ ਗਾਂ ਸੁਣ ਲਓ, ਇੱਕ ਪਾਸੇ ਤਾਂ ਅਸੀਂ ਆਈਜੀ ਪਰਮਰਾਜ ਉਮਰਾ ਲੰਗੜ ਨੂੰ ਸਸਪੈਂਡ ਕੀਤਾ ਹੋਇਆ, ਤੇ ਇੱਕ ਉਹਨੇ ਹਾਈ ਕੋਰਟ ਦੇ ਵਿੱਚ ਰਿਟ ਪਾਈ ਸੀ CWP 22,703 2020। ਉਹਦੇ ਵਿੱਚ ਜਿਹੜਾ ਸਾਡਾ ਐਡਵੋਕੇਟ ਜਨਰਲ ਦਾ ਅੰਗੇਜ ਕੀਤਾ ਹੋਇਆ ਵਕੀਲ ਹੈ, ਉਹਨੇ ਔਨ ਰਿਕਾਰਡ ਸਟੇਟਮੈਂਟ ਦਿੱਤੀ। ਮੈਂ ਤਾਂ ਵੈਸੇ ਹੀ ਉਹ ਪੜ੍ਹਨ ਲੱਗ ਗਿਆ, ਮੈਂ ਕਿਹਾ ਦੇਖਾਂ ਤਾਂ ਸਹੀ ਵੀ ਇਹ ਕੀ ਕਰਦੇ ਆ, ਤੇ ਔਨ ਰਿਕਾਰਡ ਉਹਦੇ ਵਿੱਚ ਕਿਹਾ ਗਿਆ ਵੀ ਅਸੀਂ ਇਹਦੇ ਅਗੇਂਸਟ ਕੋਈ ਪ੍ਰੋਸੀਡਿੰਗ ਜਿਹੜੀਆਂ ਉਹ ਬਿਲਕੁਲ ਨਹੀਂ ਕਰਾਂਗੇ। ਇੱਕ ਪਾਸੇ ਉਹਨੂੰ ਸਸਪੈਂਡ ਕੀਤਾ ਹੋਇਆ ਆ, ਉਹਦੀ ਫਾਈਲ, ਉਹਦੇ ਗਾਂ ਐਕਸ਼ਨ, ਲੇਕਿਨ ਦੂਸਰੇ ਪਾਸੇ ਅਸੀਂ ਜਿਹੜਾ ਆ ਅਸੀਂ ਹਾਈ ਕੋਰਟ ਦੇ ਵਿੱਚ ਕੀ ਸਟੇਟਮੈਂਟ ਦਿੰਦੇ ਆ, ਕੈਪਟਨ ਅਮਰਿੰਦਰ ਸਿੰਘ ਜੀ ਇਹ ਸਰਕਾਰ ਕੌਣ ਚਲਾ ਰਿਹਾ, ਇਹ ਕਿੱਦਾਂ ਚੱਲ ਰਹੀ ਹੈ। ਮੈਨੂੰ ਤਾਂ ਕਈ ਵਾਰੀ ਅਸਲੀ ਗੱਲ ਹੈ, ਮੈਂ ਬਹੁਤ ਰਿਸਪੈਕਟ ਕਰਦਾ, ਕਿਉਂਕਿ ਇਸ ਕਰਕੇ ਕਰਦਾ ਵੀ ਇਸ ਬੰਦੇ ਦੀ ਐਡਮਿਨਿਸਟ੍ਰੇਟਿਵ ਕੈਪੇਬਿਲਿਟੀ ਜਿਹੜੀ ਆ ਉਹ ਸਾਰਿਆਂ ਨਾਲੋਂ ਚੰਗੀ ਸੀ, ਪਰ ਮੈਨੂੰ ਹੁਣ ਕਈਆਂ ਚੀਜ਼ਾਂ ਤੇ ਸ਼ੱਕ ਹੁੰਦਾ ਕਿ ਇਹਨਾਂ ਦੀ ਐਡਮਿਨਿਸਟ੍ਰੇਟਿਵ ਕੈਪੇਬਿਲਿਟੀ ਕੀ ਹੈਗੀ ਆ। ਮੈਨੂੰ ਇਸ ਗੱਲ ਤੇ ਵੀ, ਕਿਉਂਕਿ ਆਪਾਂ ਕਿੰਨੀ ਕੁ ਚਿਰ ਪੜਦੇ ਪਾਈ ਜਾਵਾਂਗੇ, ਆਪਾਂ ਕਿੰਨਾ ਕੁ ਚਿਰ ਇਹਨਾਂ ਨੂੰ ਢਕੀ ਜਾਵਾਂਗੇ। ਔਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਕਮ ਸੇ ਕਮ ਤੁਸੀਂ
ਜੇ ਇਹ ਜਿਹੜੀਆਂ ਸਿਲੈਕਟਿਵ ਖਬਰਾਂ ਜਿਹੜੀਆਂ ਖਾਸ ਕਰਕੇ ਡੋਜ਼ੀਅਰ ਦੀਆਂ ਲੱਗ ਰਹੀਆਂ, ਤੇ ਜੇ ਅਲਟੀਮੇਟਲੀ ਇਹ ਗੱਲ ਸੱਚੀ ਆ, ਇਹ ਤੁਹਾਡੀ ਕਨਫੈਸ਼ਨਲ ਸਟੇਟਮੈਂਟ ਆ, ਔਰ ਉਸ ਕਨਫੈਸ਼ਨਲ ਸਟੇਟਮੈਂਟ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਰਿਜ਼ਲਟਸ ਆ ਬੜੇ ਮਾੜੇ ਹੋਣਗੇ। ਔਰ ਦੇਖੋ ਸਾਡਾ ਐਜੂਕੇਸ਼ਨ ਸਿਸਟਮ ਜਿਹੜਾ ਮੈਨੂੰ ਲੱਗਦਾ ਸਭ ਤੋਂ ਔਖਾ ਰਿਫਾਰਮ ਕਰਨਾ, 1.25 ਲੱਖ ਟੀਚਰ ਹੈ, ਮੇਰਾ ਖਿਆਲ 23 ਤੋਂ 24 ਲੱਖ ਬੱਚਾ, ਅਸੀਂ ਜੇ 3 ਸਾਲਾਂ ਦੇ ਵਿੱਚ ਐਜੂਕੇਸ਼ਨ ਸਿਸਟਮ ਰਿਫਾਰਮ ਕਰਕੇ, ਕਿਉਂਕਿ ਜੇ ਪੋਲੀਟੀਕਲ ਵਿਲ ਹੈ, ਆਫੀਸਰਸ ਦੀ ਵਿਲ ਹੈ, ਤਾਂ ਫਿਰ ਆਪਾਂ ਜੇ 22ਵੇਂ ਸਥਾਨ ਤੋਂ ਪਹਿਲੇ ਸਥਾਨ ਤੇ ਪਹੁੰਚ ਸਕਦੇ, ਇਹਦਾ ਮਤਲਬ ਬਾਕੀ ਕੰਮਾਂ 'ਚ ਸਾਡੀ ਪੋਲੀਟੀਕਲ ਵਿਲ ਹੈ ਨਹੀਂ। ਉਹਦੇ ਲਈ ਮੈਂ ਨਹੀਂ ਕਹਿੰਦਾ ਤੁਸੀਂ ਉਹ ਰਾਈਟਲੀ ਕਲੇਮ ਵੀ ਕਰਦੇ ਆ, ਔਰ ਮੈਂ ਮੁਬਾਰਕਬਾਦ ਵੀ ਦਿੰਦਾ ਕਿ ਜਿਹੜੀ ਗੱਲ ਚੰਗੀ ਆ ਉਹ ਚੰਗੀ ਵੀ ਹੈਗੀ, ਪਰ ਆਪਾਂ ਇਹ ਸਿਸਟਮ ਨੂੰ ਕਿੱਧਰ ਨੂੰ ਤੋੜ ਰਹੇ ਹਾਂ। ਸੋ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ, ਔਰ ਜੇ ਕੋਈ ਕੁਐਸਚਨ ਕਿਸੇ ਵੀ ਦੋਸਤ ਨੇ ਕਰਨਾ ਤਾਂ ਡੈਫੀਨਿਟਲੀ। ਪ੍ਰਗਟ ਜੀ, ਰਿਪੋਰਟ ਸੌਂਪ ਦਿੱਤੀ ਗਈ ਹੈ, ਤੁਸੀਂ ਆਪਣੇ ਵੱਲੋਂ ਕੀ ਕਹਿ ਕੇ ਆਏ ਸੀਗੇ, ਤੇ ਅੱਜ ਜਿਹੜੀ ਹੁਣ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਸਾਫ਼ ਤੌਰ ਤੇ ਗੱਲਾਂ ਸਾਹਮਣੇ ਆ ਰਹੀਆਂ ਕਿ 40 ਵਿਧਾਇਕਾਂ ਦੇ ਨਾਮ ਤੇ ਇਹ ਗੱਲ ਆਖੀ ਹੈ ਕਿ ਇਹਨਾਂ ਦੇ ਨਾਮ ਕਿਸੇ ਨਾ ਕਿਸੇ ਘੁਟਾਲੇ ਦੇ ਵਿੱਚ ਹੈਗੇ, ਇਦਾਂ ਦੀ ਗੱਲਾਂ ਸਾਹਮਣੇ ਆ ਰਹੀਆਂ ਨੇ। ਮੈਂ ਤਾਂ ਇਹੀ ਗੱਲ ਤੁਹਾਡੇ ਸਾਹਮਣੇ ਕਹੀ ਆ, ਔਰ ਮੈਂ ਉੱਥੇ ਵੀ ਇਹ ਕਹਿ ਕੇ ਆਇਆ, ਮੈਂ ਆਪਣੇ ਆਪ ਨੂੰ ਬਾਹਰ ਨਹੀਂ ਕਰਦਾ, ਕਿਉਂਕਿ ਜੇ ਇਦਾਂ ਦੀਆਂ ਹੈਗੀਆਂ ਤਾਂ ਫਿਰ ਚੀਫ ਮਿਨਿਸਟਰ ਨੂੰ ਰੋਕਦਾ ਕੌਣ ਹੈ? ਹੁਣ ਤੱਕ ਕੌਣ ਰੋਕਦਾ ਸੀ? ਹੁਣ ਤੱਕ ਕੌਣ ਰੋਕਦਾ ਸੀਗਾ? ਮੈਨੂੰ ਇਹਦੇ ਬਾਰੇ ਤਾਂ ਨਹੀਂ ਪਤਾ, ਪਰ ਜਿਹੜੀ ਗੱਲ ਮੈਂ ਬੇਸਿਕਲੀ ਤੁਹਾਡੇ ਨਾਲ ਸਾਂਝੀ ਕੀਤੀ ਹੈ, ਉਹ ਤਾਂ ਮੈਂ ਇਸ ਗੱਲ ਤੇ ਹੈਰਾਨ ਗਿਆ ਵੀ ਕੋਈ ਚੀਫ ਮਿਨਿਸਟਰ ਇਦਾਂ ਵੀ ਕਰਦਾ ਹੁੰਦਾ, ਡਿਫਰੈਂਸਸ ਹੋ ਜਾਂਦੇ ਆ, ਪਰ ਔਰ ਉਹ ਮਿਨਿਸਟਰ ਜਿਹੜਾ ਔਨ ਰਿਕਾਰਡ 2 ਵਾਰੀ ਕੰਪਨਸੇਸ਼ਨ ਲੈ ਬੈਠਾ, ਤੇ ਉਹਨੂੰ ਆਪਾਂ ਕਿੱਦਾਂ ਬੋਲਾਂਗੇ? ਜੋ ਸਾਰਿਆਂ ਨੂੰ ਪਤਾ, ਕਿਉਂਕਿ ਉਹ ਤਾਂ ਸਟੇਟਮੈਂਟ ਆਈ ਹੋਈ ਹੈ। ਸਪੋਰਟਸ ਮਿਨਿਸਟਰ ਬਾਰੇ ਤੁਸੀਂ ਵੀ ਚਰਚਾ ਕੀਤੀ ਆਪਣੇ ਵੱਲੋਂ, ਆਪਣੇ ਵੱਲੋਂ ਰਿਪੋਰਟ ਤੁਸੀਂ ਵੀ ਦਿੱਤੀ ਹੈ ਜੀ? ਨਹੀਂ, ਮੈਂ ਤਾਂ ਇੱਕ ਜਨਰਲ, ਕਿਉਂਕਿ ਦੇਖੋ ਮੈਂ ਤਾਂ 2019 ਦੇ ਵਿੱਚ ਇੱਕ ਚਿੱਠੀ ਲਿਖੀ ਸੀ, ਉਹਦੇ ਵਿੱਚ ਜਿਹੜੇ 5-7 ਇਸ਼ੂ ਆ, ਮੈਂ ਤਾਂ ਅਜੇ ਵੀ ਉੱਥੇ ਹੀ ਖੜਾ, ਕਿਉਂਕਿ ਉਹਨਾਂ ਨੂੰ ਇਹਨੀ ਹੱਥ ਤੱਕ ਨਹੀਂ ਲਾਇਆ। ਐਕਚੁਅਲੀ ਮੈਟਰ ਹੀ ਉਹ ਕਰਦੇ ਸੀ, ਜੇ ਮੈਟਰ ਹੀ ਉਹ ਕਰਦੇ ਸੀ ਤਾਂ ਫਿਰ ਐਂਡ ਆਫ ਦਾ ਡੇ ਅਸੀਂ ਕਿਉਂਕਿ ਕਈ ਵਾਰੀ ਤਾਂ ਕਈ ਬੰਦੇ ਤਾਂ ਇਹ ਕਹਿੰਦੇ ਹੁੰਦੇ ਆ ਵੀ ਅੱਜ ਮੈਂ ਸਲਾਹ ਦੇ ਰਿਹਾ, ਮੈਂ ਤਾਂ ਅੱਜ ਤੋਂ 1.5-2 ਸਾਲ ਪਹਿਲਾਂ ਇਹ ਸਲਾਹ ਦਿੱਤੀ ਸੀ ਵੀ ਆਉਣ ਵਾਲਾ ਸਮਾਂ, ਕਿਉਂਕਿ ਵਿਜ਼ੂਅਲਾਈਜੇਸ਼ਨ ਕੀ ਹੁੰਦੀ ਆ? ਵਿਜ਼ੂਅਲਾਈਜੇਸ਼ਨ ਤਾਂ ਇਹੀ ਹੁੰਦੀ ਆ ਵੀ ਹਾਂ ਵੀ ਅਸੀਂ ਆਉਣ ਵਾਲੇ ਸਮੇਂ ਨੂੰ ਭਾਂਪ ਕੇ ਤੇ ਉਦਾਂ ਦੇ ਕੰਮ ਕਰ ਲਈਏ ਤਾਂ ਕਿ ਸਾਨੂੰ ਇਹੋ ਜਿਹੀ ਸਿਚੁਏਸ਼ਨ ਦਾ ਸਾਹਮਣਾ ਨਾ ਕਰਨਾ ਪਵੇ। ਪ੍ਰਗਟ ਜੀ, ਮੰਨਦੇ ਹੋ ਕਿ ਮੁੱਖ ਮੰਤਰੀ ਸਾਹਿਬ ਦੀ ਹੁਣ ਵਿਜ਼ਨ ਨਹੀਂ ਰਹੀ ਜਿਹੜੀ ਤੁਸੀਂ ਉਮੀਦ ਲਈ ਬੈਠੇ ਸੀਗੇ ਪਿਛਲੇ ਸਮੇਂ ਦੇ ਵਿੱਚ? ਤੇ ਡਿਲੀਵਰੀ ਤਾਂ ਬਿਲਕੁਲ ਹੈ ਜੀ। ਵਿਜ਼ਨ ਤਾਂ ਦੇਖੋ, ਮੈਂ ਤਾਂ 2017 ਦੀ ਵੀ, ਮੈਂ ਤਾਂ ਪਹਿਲੀ ਵਾਰੀ ਵੀ ਇਹ ਗੱਲ ਕਹੀ ਆ ਕਿ 2017 ਦੇ ਵਿੱਚ ਤਾਂ ਉਹਨਾਂ ਦੇ ਨਾਮ ਵੋਟਾਂ ਪਾਈਆਂ, ਲੋਕੀ ਸਮਝਦੇ ਸੀ ਕਿ ਹਾਂ ਵੀ, ਔਰ ਉਹ ਵੀ 80 ਐਮਐਲਏਆਂ ਦੀ ਜੇ ਸਰਕਾਰ ਹੋਵੇ ਤਾਂ ਫੇਰ ਕਮਜ਼ੋਰੀ ਹੋਵੇ, ਤਾਂ ਫੇਰ ਮੈਨੂੰ ਲੱਗਦਾ ਕਿ ਕਿਤੇ ਐਡਮਿਨਿਸਟ੍ਰੇਟਿਵ ਕੈਪੇਬਿਲਿਟੀ ਦੇ ਵਿੱਚ ਵੀ ਬਹੁਤ ਜ਼ਿਆਦਾ ਕਮੀ ਪੇਸ਼ੀ। ਪ੍ਰਗਟ ਜੀ, ਸਰਕਾਰ ਚਲਾ ਕੌਣ ਰਿਹਾ ਫਿਰ ਤੁਹਾਡੇ ਸਾਹਮਣੇ? ਤੁਸੀਂ ਤਾਂ ਸਿਸਟਮ ਦੇ ਵਿੱਚ ਹੈਗੇ ਹੋ। ਸਰਕਾਰ ਮੈਨੂੰ ਤਾਂ ਆਪ ਨਹੀਂ ਸਮਝ ਆਈ ਕਿ ਕੌਣ ਚਲਾ ਰਿਹਾ, ਕਿਉਂਕਿ ਇੱਕ ਪਾਸੇ ਤਾਂ ਅਸੀਂ ਪਰਮਰਾਜ ਉਮਰਾ ਲੰਗਰ ਦੇ ਅਗੇਂਸਟ ਪ੍ਰੋਸੀਡਿੰਗ ਸ਼ੁਰੂ ਕੀਤੀਆਂ ਤੇ ਹਾਈ ਕੋਰਟ ਦੇ ਵਿੱਚ ਅਸੀਂ ਜਾ ਕੇ ਸਟੇਟਮੈਂਟ ਦੇ ਰਹੇ ਆ, ਔਰ ਉੱਥੇ ਇਹ ਵੀ ਪੁੱਛਿਆ ਗਿਆ ਵੀ ਤੁਹਾਡੇ ਕੋਲ ਅਥਾਰਟੀ ਵੀ ਹੈਗੀ ਹੈ ਸਟੇਟਮੈਂਟ ਰਿਕਾਰਡ ਕਰਾਉਣ ਦੀ? ਉਹਨਾਂ ਨੇ ਕਿਹਾ ਮੇਰੇ ਕੋਲ ਕੰਪੀਟੈਂਟ ਅਥਾਰਟੀ ਦੇ ਵੱਲੋਂ ਮੇਰੇ ਕੋਲ ਕਲੀਅਰ ਕੱਟ ਇਨਸਟਰਕਸ਼ਨ ਹੈਗੀਆਂ ਵੀ ਹਾਂ ਵੀ ਅਸੀਂ ਇਹਨਾਂ ਤੇ ਕੋਈ ਕੇਸ ਜਿਹੜਾ ਉਹ ਜਿਹੜੀਆਂ ਪ੍ਰੋਸੀਡਿੰਗ ਆ ਉਹ ਨਹੀਂ ਚਲਾਵਾਂਗੇ। ਸੱਚੀ ਗੱਲ ਦੱਸਾਂ, ਇਹ ਬੱਚਿਆਂ ਦੀ ਲੜਾਈ ਹੋਈ ਹੈ, ਪੋਸਟਰਾਂ ਨਾਲ ਕੀ ਹੋ ਜਾਊਗਾ? ਜੇ ਕੋਈ ਕਹੇ ਵੀ ਹਾਂ ਵੀ
ਜੇ ਕਿਸੇ ਨੂੰ ਕਈ ਵਾਰੀ ਨਾ ਭੁਲੇਖਾ ਪੈ ਜਾਵੇ ਤਾਂ ਉਹ ਸ਼ਾਇਦ ਕਈ ਵਾਰੀ ਇਦਾਂ ਦੀਆਂ ਗੱਲਾਂ ਕਰਦਾ ਹੁੰਦਾ ਵੀ ਮੈਂ ਕੈਪਟਨ ਹੀ ਹਾਂ, ਮੈਂ ਹੁਣ ਵਾਲਾ ਸਪੋਜ਼ ਮੇਰੇ ਵਰਗੇ ਨੇ ਜੇ ਇੰਡੀਆ ਟੀਮ ਦਾ ਕਪਤਾਨ ਹੈ ਤਾਂ ਮੈਂ ਕਪਤਾਨ ਹਾਂ, ਮੈਨੂੰ ਕੌਨਫੀਡੈਂਸ ਹੋਣਾ ਚਾਹੀਦਾ ਕਿ ਮੈਂ ਕਪਤਾਨ ਹਾਂ। ਕਿਸੇ ਦੇ ਕਹਿਣ ਨਾਲ, ਕਿਸੇ ਦੇ ਪੋਸਟਰ ਲਾਉਣ ਨਾਲ ਕੀ ਹੋ ਜਾਂਦਾ। ਪ੍ਰਗਟ ਜੀ ਇੱਕ ਪਾਸੇ ਜਿਸ ਤਰ੍ਹਾਂ ਡੋਜੀਅਰ ਦੀਆਂ ਗੱਲਾਂ ਹੋ ਰਹੀਆਂ, ਦੂਜੇ ਪਾਸੇ ਜਿਹੜਾ ਇਰੀਗੇਸ਼ਨ ਘਟਾਲਾ ਹੋਇਆ, ਇਹ ਸੀਐਮ ਦੀ ਮਜਬੂਰੀ ਤੇ ਕਮਜ਼ੋਰੀ ਕਿੱਥੇ ਆ? ਮੈਂ ਕਹਿੰਦੀ ਨਾ ਮਜਬੂਰੀ ਵੀ ਆ, ਕਮਜ਼ੋਰੀ ਵੀ ਆ। ਜੇ 80 ਬੰਦਿਆਂ ਦੇ ਐਮਐਲਏ, ਮੈਂ ਤਾਂ ਇੱਕ ਵਾਰ ਇਹ ਵੀ ਕਿਹਾ ਸੀ, ਮੈਂ ਕਿਹਾ ਜੀ ਜਿਹੜੇ ਕੋਈ ਐਮਐਲਏ ਤੁਹਾਨੂੰ ਲੱਗਦੇ ਕਰਪਟ ਆ ਉਹਨਾਂ ਨੂੰ ਵੀ ਠੋਕ। ਇਹ ਤਾਂ ਹੁੰਦਾ ਕਈ ਵਾਰੀ ਸਰਕਾਰ 60 ਵਾਟਾਂ ਦੀ ਹੋਵੇ ਤੇ 59 ਚਾਹੀਦੇ ਨਾ, ਮੇਰੇ ਖਿਆਲ ਨਾਲ 59 ਹੀ ਚਾਹੀਦੇ ਜੀ। ਤੇ ਉਹਦੇ ਵਿੱਚ ਤਾਂ ਕਈ ਵਾਰੀ ਡਰ ਹੁੰਦਾ, 80 ਦੇ ਵਿੱਚ ਕਾਹਦਾ ਡਰ ਹੁੰਦਾ? 80 ਦੇ ਵਿੱਚ ਤਾਂ ਡਰ ਹੀ ਕੋਈ ਨਹੀਂ ਲੰਬਾ ਚੌੜਾ ਹੁੰਦਾ। ਫਿਰ ਹਾਈ ਕਮਾਂਡ ਨੂੰ ਜਿਹੜੇ ਡੋਜੀਅਰ ਗਈ ਹੈਗੀ ਉਹਨਾਂ ਦੀਆਂ ਟਿਕਟਾਂ ਕੱਢ ਦੇਣੀਆਂ ਚਾਹੀਦੀਆਂ ਹੈਗੀ ਤੁਹਾਡੇ ਹਿਸਾਬ ਨਾਲ? ਨਹੀਂ, ਮੈਂ ਤਾਂ ਇਹ ਐਕਚੁਅਲ ਗੱਲ ਕੀ ਹੈ, ਕਿਉਂਕਿ ਸਿਲੈਕਟਿਵਲੀ ਅੱਜ ਦੀ ਤਰੀਕ ਦੇ ਵਿੱਚ ਦੇਖੋ ਹਰ ਚੀਜ਼ ਨੂੰ ਸਿਲੈਕਟਿਵਲੀ ਲੀਕ ਕਰਨਾ, ਫਿਰ ਉਹਨੂੰ ਹੌਲੀ ਹੌਲੀ ਉਹ ਜਿੱਦਾਂ ਨਹੀਂ ਕਹਿੰਦੇ ਹੁੰਦੇ ਅੱਗ ਬਾਲ ਕੇ ਉਹਨੂੰ ਹੌਲੀ ਹੌਲੀ ਹਵਾ ਦੇਣੀ। ਤੇ ਮੈਂ ਕਹਿੰਦਾ ਡਰਾਵਾ ਹੈ ਜੀ। ਕਮੇਟੀ ਜਿਹੜੀ ਐਡਜਸਟਮੈਂਟ ਕਰ ਰਹੀ ਹੈ ਕਿ ਸਿੱਧੂ ਨੂੰ ਡਿਪਟੀ ਸੀਐਮ ਲਾ ਦਿੱਤਾ ਜਾਵੇ, ਦੋ ਗਲਤਕਾਰੀ ਪ੍ਰਧਾਨ ਲਾ ਦੇਖੋ ਮੈਨੂੰ ਸਾਰਿਆਂ ਨੂੰ ਐਡਜਸਟ ਕੀਤਾ ਜਾਵੇ। ਉਹਦੇ ਬਾਰੇ ਮੈਨੂੰ ਨਹੀਂ ਪਤਾ ਹੈਗਾ, ਕਿਉਂਕਿ ਨਾ ਮੇਰੀ ਇਹ ਗੱਲ ਇਹ ਤਾਂ ਸਭ ਤੋਂ ਪਤਾ ਜੋ ਡਿਸਕਸ ਚਲੋ ਕੀ ਸੋਲੂਸ਼ਨ ਕੀ ਹੈ। ਨਹੀਂ, ਬੇਸਿਕਲੀ ਆਉਣ ਵਾਲਾ ਸਮਾਂ ਦੇਖਦੇ ਕੀ ਕਰਦੇ ਆ। ਇਹ ਕਹਿੰਦੇ ਤੁਸੀਂ ਰਹਿ ਗਏ ਸੀ ਸਮਾਂ ਰਹਿ ਗਿਆ ਸਮਾਂ ਰਹਿ ਗਿਆ ਕਿ ਸਮਾਂ ਤਾਂ ਕੋਈ ਇਦਾਂ ਦੀ ਕੋਈ ਗੱਲ ਤਾਂ ਹੈ ਨਹੀਂ। ਸਰ 8 ਦੇਖੋ ਕਿ ਕਰਨਾ ਹੋਵੇ ਤਾਂ ਬਹੁਤ ਕੁਝ ਹੋ ਜਾਂਦਾ। ਗੱਲ ਤਾਂ ਨੀਤ ਦੀ ਆ, ਗੱਲ ਤਾਂ ਨੀਤ ਦੀ ਆ, ਹੋਰ ਤਾਂ ਕੋਈ ਰੌਲਾ ਨਹੀਂ ਹੈ। ਪ੍ਰਗਟ ਜੀ ਇੱਥੇ ਸਕੂਲ ਵਾਲਿਆਂ ਨੇ ਚਿੱਠੀ ਲਿਖੀ ਹੈ ਕੈਪਟਨ ਅਮਰਿੰਦਰ ਸਿੰਘ ਨੂੰ, ਕਹਿੰਦੇ ਕਿ ਸੈਂਡ ਮਾਫੀਆ ਦੇ ਪੇਰੋਲ ਤੇ ਬਹੁਤ ਸਾਰੇ ਵਿਧਾਇਕ ਹੈਗੇ ਨੇ, ਕਹਿੰਦੇ ਤੁਸੀਂ ਵੀ ਜਿਹੜਾ ਡੋਜ਼ਰ ਤਿਆਰ ਕੀਤਾ ਉਹਦੇ ਵਿੱਚ ਵੀ ਚਰਚਾਵਾਂ ਹੈਗੀਆਂ ਨੇ, ਉਹ ਕਹਿੰਦੇ ਵਰਚੁਅਲੀ ਐਵੇਂ ਲੱਗ ਰਿਹਾ ਕਿ ਗਵਰਨਮੈਂਟ ਜਿਹੜੀ ਹੈਗੀ ਆ ਸੈਂਡ ਮਾਫੀਆ ਚਲਾ ਰਿਹਾ ਹੈਗਾ ਔਰ ਮਾਈਨਿੰਗ ਪਾਲਿਸੀ ਨੂੰ ਕਹਿੰਦੇ ਤਬਦੀਲ ਕਰਨ ਦੀ ਲੋੜ ਹੈਗੀ ਹੈ। ਪ੍ਰਾਈਵੇਟ ਪਾਰਟੀਆਂ ਨੂੰ ਮਾਈਨਿੰਗ ਦੀ ਜਿਹੜੀ ਹੈਗੀ ਜ਼ਿੰਮੇਵਾਰੀ ਨਾ ਦਿੱਤੀ ਜਾਵੇ, ਬਲਕਿ ਤੁਹਾਡੀ ਸਰਕਾਰ ਦੇ ਹੁੰਦੇ ਆ ਗਵਰਨਮੈਂਟ ਨੂੰ ਜਿਹੜੀ ਹੈਗੀ ਇਹ ਕਾਰਪੋਰੇਸ਼ਨ ਮੈਂ ਤਾਂ ਤੁਹਾਨੂੰ ਦੱਸਿਆ ਕਿ ਜੇ ਗਵਰਨਮੈਂਟ ਦੀ ਪੋਲੀਟੀਕਲ ਐਡਮਿਨਿਸਟ੍ਰੇਸ਼ਨ ਦੀ ਬਿੱਲ ਹੈਗੀ ਆ ਤੇ ਜੇ ਅਸੀਂ 22ਵੇਂ ਨੰਬਰ ਤੋਂ ਐਜੂਕੇਸ਼ਨ ਦੇ ਉੱਤੇ ਥੈਂਕਸ ਟੂ ਕ੍ਰਿਸ਼ਨ ਕੁਮਾਰ ਐਂਡ ਥੈਂਕਸ ਟੂ ਕੈਪਟਨ ਅਮਰਿੰਦਰ ਸਿੰਘ ਕਿ ਜਿਹਨਾਂ ਨੇ, ਕਿਉਂਕਿ ਹੋ ਸਕਦਾ 2-4 ਐਮਐਲਏ ਕਹਿੰਦੇ ਤਾਂ ਉਹਨੂੰ ਟ੍ਰਾਂਸਫਰ ਕਰ ਦਿੰਦੇ, ਬਟ ਜੇ ਬਿੱਲ ਹੈਗੀ ਆ ਤੇ ਫਿਰ ਬਾਕੀ ਕੰਮਾਂ 'ਚ ਕਿਉਂ ਨਹੀਂ? ਕਿਉਂਕਿ ਜੇ ਬਿੱਲ ਹੈਗੀ ਆ ਤੇ 22ਵੀਂ ਪਲੇਸ ਤੋਂ ਅਸੀਂ 20ਵੀਂ ਪਲੇਸ ਤੇ ਆ ਗਏ ਆ ਤਾਂ ਫਿਰ ਇਹਦਾ ਮਤਲਬ ਤਾਂ ਬਿੱਲ ਦੀ ਕਮੀ ਆ। ਇਸ ਗੱਲ ਤੋਂ ਸਹਿਮਤ ਹੈ ਨਹੀਂ ਐਚ ਸਕੂਲ ਦਾ ਕਿ ਬਹੁਤ ਸਾਰੇ ਐਮਐਲਏ ਸੈਂਡ ਮਾਫੀਆ ਦੇ ਪੇਰੋਲ ਦੇ ਉੱਤੇ ਹੈਗੇ ਨੇ ਔਰ ਉਹ ਆਪ ਇਨਵੋਲਵ ਨੇ। ਮੈਂ ਤਾਂ ਕਹਿੰਦਾ ਜਿਹੜਾ ਵੀ ਬੰਦਾ ਹੋਵੇ ਇਰਰਿਸਪੈਕਟਿਵ ਕਿ ਹਾਂ ਵੀ ਉਹ ਕੋਈ ਵੀ ਕੁਝ ਵੀ ਕੋਈ ਐਮਐਲਏ ਆ, ਕੋਈ ਮਿਨਿਸਟਰ ਆ, ਕੋਈ ਐਸਐਚਓ ਆ, ਕੋਈ ਐਸਐਸਪੀ ਆ, ਮੈਂ ਤਾਂ ਹਮੇਸ਼ਾ ਇੱਕ ਸਿਸਟਮ ਦੀ ਗੱਲ ਕਰਦਾ ਔਰ ਇੱਕ ਸਾਫ਼ ਸੁਥਰੇ ਸਿਸਟਮ ਦੀ ਗੱਲ ਕਰਦਾ ਕਿ ਆਪਾਂ ਸਾਫ਼ ਸੁਥਰਾ ਸਿਸਟਮ ਇਨਵੋਲਵ ਕਰਨਾ। अगर ये दावा आ जाए तो 4.5 साल सरकार द्वारा लाने तो उस चीज लेके आए थे ਨਹੀਂ ਰਿਗਰੈਟ ਤਾਂ ਐਕਚੁਅਲੀ ਮੈਨੂੰ ਇਦਾਂ ਦਾ ਰਿਗਰੈਟ ਨਹੀਂ ਹੁੰਦਾ, ਪਰ ਮੈਨੂੰ ਇਹ ਫੀਲ ਹੁੰਦਾ ਕਿ ਜਿਹੜੀ ਗੱਲ ਹੋ ਸਕਦੀ ਸੀ ਜਦੋਂ ਉਹ ਨਹੀਂ ਅਸੀਂ ਕਰਦੇ ਤਾਂ ਉਹਦਾ ਕਿਤੇ ਨਾ ਕਿਤੇ ਮੈਨੂੰ ਮਹਿਸੂਸ ਹੁੰਦਾ। ਪ੍ਰਗਟ ਜੀ ਲੜਾਈ ਤੇ ਬੇਅਦਬੀ ਤੋਂ ਹੋਈ ਸੀ, ਨਸ਼ਿਆਂ ਤੋਂ ਹੋਈ ਕਿ ਇਨਸਾਫ ਨਹੀਂ ਮਿਲਿਆਗਾ, ਕਸੂਰਵਾਰ ਲੋਕ ਫੜੇ ਨਹੀਂ ਗਏ। ਉਹ ਲੜਾਈ ਚੱਲਦੀ ਡਿਪਟੀ ਸੀਐਮ ਦੇ ਅਹੁਦੇ ਤੇ ਪਹੁੰਚ ਗਈ ਹੈਗੀ, ਮੰਤਰੀਆਂ ਦੇ ਫੇਰ ਬਦਲ ਤੇ ਤੱਕ ਪਹੁੰਚ ਗਈ ਹੈਗੀ। ਦੇਖੋ ਮੈਂ ਇਹਨਾਂ ਗੱਲਾਂ ਨਾਲ ਸਹਿਮਤ ਨਹੀਂ ਹਾਂ। ਗੱਲ ਤਾਂ ਇਸ਼ੂਜ਼ ਦੀ ਆ, ਉੱਥੇ ਡਿਪਟੀ ਸੀਐਮ ਏ ਬਣ ਜਾਵੇ, ਬੀ ਬਣ ਜਾਵੇ, ਨਾ ਬਣੇ, ਕੋਈ ਮੰਤਰੀ ਹੋਰ ਬਣ ਜਾਵੇ, ਕੋਈ ਨਾ ਬਣੇ, ਅਲਟੀਮੇਟਲੀ ਤਾਂ ਅਸੀਂ ਜਿਹੜੇ ਇਸ਼ੂਜ਼ ਤੇ ਖੜੇ ਆ, ਕਿਉਂਕਿ ਉਹਦੇ ਨਾਲ ਕੀ ਹੋਊਗਾ, ਲੋਕਾਂ ਨੂੰ ਕੀ ਉਹਦਾ ਇਨਸਾਫ ਮਿਲੂਗਾ। ਜੇ ਮੰਨ ਲਓ 4 ਮੰਤਰੀ ਬਦਲ ਵੀ ਜਾਣਗੇ ਤੇ ਲੋਕਾਂ ਨੂੰ ਉਹਦਾ ਕੀ ਫਾਇਦਾ ਹੋਊਗਾ। ਅਲਟੀਮੇਟਲੀ ਤਾਂ ਜਿਹੜੇ ਇਸ਼ੂਜ਼ ਆ ਸਾਨੂੰ ਉਹਨੂੰ ਐਡਰੈਸ ਕਰਨੀ ਜ਼ਰੂਰੀ ਹੈ। पर मुझे लग रहा है कोई स्क्रिप्ट है कि जिस तरह सारे काम कर रहे हैं, कोई स्क्रिप्ट लग रही है, आपको लगता है कि कोई स्क्रिप्ट चल रही है जिस तरह काम किया जा रहा है, जिसके दिमाग में अपना स्वागत ਸਕ੍ਰਿਪਟ ਕਿਦਾਂ ਕਹਿੰਦੇ ਸਾਰੀ ਗੇਮ ਸਕ੍ਰਿਪਟਡ ਲੱਗ ਰਹੀ ਹੈ ਤੁਹਾਨੂੰ ਕਿ ਸਾਰਾ ਕੁਝ ਸਕ੍ਰਿਪਟ ਦੇ ਤਹਿਤ ਹੋ ਰਿਹਾ, ਸਕ੍ਰਿਪਟ ਲਿਖੀ ਗਈ ਹੈ। ਜਦੋਂ ਨਲਾਇਕੀ ਆ, ਜਦੋਂ ਐਗਜ਼ੀਕਿਊਸ਼ਨ ਨਹੀਂ ਹੁੰਦੀ ਤੇ ਉਹ ਤੁਸੀਂ ਕੁਝ ਵੀ ਸਮਝ ਸਕਦੇ ਹੋ। ਇਹ ਤੁਸੀਂ ਸੁਖਬੀਰ ਬਾਦਲ ਦਾ ਗੱਲ ਨਹੀਂ ਕਰਦੇ ਕਿ ਪੀਕੇ ਨੇ ਕਰੇ ਉਸ ਸਟੇਟ ਦਾ ਗੱਲ ਨਹੀਂ ਤੁਸੀਂ ਕਰਦੇ। ਦੇਖੋ ਮੈਂ ਤਾਂ ਫਾਈਟ ਕਰਨ ਵਾਲਾ, ਫਾਈਟ ਤਾਂ ਮੈਂ ਕਰੂੰ। ਹਜੇ ਤੱਕ ਤਾਂ ਮੈਂ ਪਾਰਟੀ
ਮੈਂ ਦੇਖੋ ਮੈਂ ਤਾਂ ਹਮੇਸ਼ਾ ਇੱਕੋ ਗੱਲ ਕਹਿਣਾ ਹੁੰਦਾ ਕਿ ਨਾ ਮੈਂ ਹਾਰਡਲਾਈਨਰ ਕਾਂਗਰਸੀ ਹਾਂ ਤੇ ਨਾ ਹਾਰਡਲਾਈਨਰ ਅਕਾਲੀ ਹਾਂ, ਮੈਂ ਤਾਂ ਹਾਰਡਲਾਈਨਰ ਪੰਜਾਬੀ ਹਾਂ। ਪੰਜਾਬ ਦੀ ਗੱਲ ਕਰੂੰਗਾ ਜਿੱਥੇ ਜਿੱਥੇ ਗੱਲ ਕਰਨ ਦੀ ਜ਼ਰੂਰਤ ਪਈ, GDP ਜਿਹੜਾ ਵੀ ਕੋਈ ਬੰਦਾ, ਕਿਉਂਕਿ ਪਾਰਟੀਆਂ ਕੋਈ ਮਾੜੀਆਂ ਨਹੀਂ ਹੈ, ਮੈਂ ਪਹਿਲਾਂ ਵੀ ਇਹ ਗੱਲ ਕਹਿ ਚੁੱਕਾ, ਪਾਰਟੀਆਂ ਨਹੀਂ ਕੋਈ ਮਾੜੀਆਂ, ਉਹ ਚਲਾਉਣ ਵਾਲੇ ਬੰਦੇ ਮਾੜੇ ਨੇ। ਤਾਂ ਬੇਸਿਕਲੀ STF ਦੀ ਰਿਪੋਰਟ ਤੁਸੀਂ ਲੈ ਕੇ ਕਿਤੇ ਪੜ੍ਹ ਲਿਓ, ਉਹਦੇ ਵਿੱਚ ਇਹਨਾਂ ਦਾ ਇੱਕ OSP ਹੈ ਜਿਹੜੀਆਂ ਉਸ ਸਰਪੰਚ ਰਾਣੂ ਨਾਲ ਪ੍ਰਾਪਰਟੀਆਂ ਸਾਂਝੀਆਂ ਹੈਗੀਆਂ, ਤੇ ਤੁਹਾਨੂੰ ਇਹਨੂੰ ਨਹੀਂ ਪਤਾ ਕਿ 7 ਸਟਾਰ ਹੋਟਲ ਤੇ 7 ਸਟਾਰ ਜਿਹੜੇ ਆਹ ਮੈਰਿਜ ਪੈਲਸ ਹੈ ਕਿਹਨੇ ਬਣਾਏ ਆ ਪਿਛਲੇ 2 ਸਾਲਾਂ ਚ। ਇਹ OSP ਨੇ ਤੁਹਾਨੂੰ ਧਮਕੀ ਦਿੱਤੀ ਸੀ, ਇਹ ਉਹੀ OSP ਜਿਹਨੇ ਤੁਹਾਨੂੰ ਧਮਕੀ ਦਿੱਤੀ। ਨਹੀਂ, ਇਹ ਤਾਂ ਹੋ ਰਿਹਾ, ਕਿਉਂਕਿ ਮੈਂ ਤਾਂ PA ਦੀ ਗੱਲ ਕਰਦਾ ਵੀ PA ਜਿਹੜੇ ਹੈਗੇ ਆ ਕਮ ਸੇ ਕਮ ਆਪਣੇ PA ਤਾਂ ਦੇਖ ਲਓ ਤੁਸੀਂ ਕੀ ਕਰਦੇ ਇਹਨਾਂ ਨੇ ਪਟਿਆਲਾ ਦੀ ਮੈਰਿਜ ਕਰੇ ਸਫਾਈ ਕਰਦੇ ਕਿਸੇ ਦਿਨ ਆਪਾਂ ਉੱਥੇ ਕਲਚਰਾਂ ਦੀ ਜ਼ਰੂਰ ਨਹੀਂ। ਪ੍ਰਗਟ ਜਿਹੜਾ ਇਰੀਗੇਸ਼ਨ ਘਟਾਲਾ ਤਾਂ ਲੱਗਦਾ ਕਿ ਸੌਦਾ ਹੋ ਗਿਆ ਜੀ। ਦੇਖੋ ਗੱਲ ਇਹ ਆ ਕਿ ਜਦੋਂ 4 ਸਾਲਾਂ ਤੋਂ ਦਾ ਕੁਝ ਨਹੀਂ ਹੋਇਆ, ਤੇ ਜਦੋਂ ਬੇਸਿਕਲੀ 2003 ਦਾ ਰਜਿਸਟਰਡ ਕੀਤਾ ਹੋਇਆ ਕੇਸ, ਜਦੋਂ ਉਹਦੀ ਐਗਜ਼ੀਕਿਊਸ਼ਨ ਹੋਈ ਆ ਤੇ ਜਦੋਂ ਉਹਦਾ ਟ੍ਰਾਇਲ ਹੋਇਆ, ਉਹਦੇ ਤੋਂ ਬਾਅਦ 2013 ਤੇ 14 ਦੀ ਰਿਟਰਨ ਹੋਈ ਹੈ, ਤੇ ਉਹਦੇ ਵਿੱਚ ਬੇਸਿਕਲੀ ਜਦੋਂ ਇਹੋ ਜਿਹੇ ਆਫੀਸਰ ਮਾੜੇ ਵੀ ਹੈਗੇ ਆ ਚੰਗੇ ਵੀ ਹੈਗੇ ਆ, ਪਰ ਅਸੀਂ ਕਰਦੇ ਕੀ ਆ, ਅਸੀਂ ਮਾੜਿਆਂ ਨੂੰ ਕਈ ਵਾਰੀ ਇਹੋ ਜਿਹੀ ਜਗ੍ਹਾ ਤੇ ਲਾ ਕੇ ਇਹ ਸੋਚਦੇ ਆ ਕਿ ਸ਼ਾਇਦ ਇਹ ਸਾਨੂੰ ਬਹੁਤ ਵਧੀਆ ਕੰਮ ਦੋ, ਅਸੀਂ ਕਿਉਂ ਇਹਨਾਂ ਨੂੰ ਬੇਸਿਕਲੀ ਅਸੀਂ ਉਹਨਾਂ ਨੂੰ ਮਿਸਯੂਜ਼ ਕਰਦੇ ਆ, ਉਹ ਸਾਨੂੰ ਮਿਸਯੂਜ਼ ਕਰਦੇ ਆ, ਪੋਲੀਟੀਕਲ ਸਿਸਟਮ ਨੂੰ ਮਿਸਯੂਜ਼ ਕਰਦੇ ਆ। ਤੁਹਾਡੀ ਸਿੱਧੂ ਨਾਲ ਆਖਰੀ ਵਾਰ ਗੱਲਬਾਤ ਕਰੋ ਹੋਈ ਕੀ ਹੋਇਆ, ਸਿੱਧੂ ਕੀ ਸੋਚ ਰਿਹਾ, ਕਿਉਂਕਿ ਸਿੱਧੂ ਦੀ ਦਿੱਤੀ ਆਪਣੀ ਗੱਲ ਕਰਕੇ ਆਇਆ। ਯਾਰ ਸਿੱਧੂ ਵਾਲੀ ਗੱਲ ਤਾਂ ਸਿੱਧੂ ਨੂੰ ਪੁੱਛ ਲਓ, ਯਾਰ ਮਿੱਤਰ ਹੈਗਾ ਪਰ ਉਹ ਨਹੀਂ ਮਿਲਦਾ ਹੈਗਾ, ਤੇਰਾ ਵੀ ਤਾਂ ਚੰਗਾ ਮਿੱਤਰ ਆ, ਨਹੀਂ ਉਸ ਤੋਂ ਬਾਅਦ ਮੇਰੇ ਨਾਲ ਨਹੀਂ ਹੋਣਾ। ਸਾਡੇ ਕੀ ਇੱਕ ਚਰਚਾ ਚੱਲ ਰਹੀ ਹੈ ਕਿ ਸਿੱਧੂ ਨਾਲ ਅੱਜ ਤੱਕ ਪਾਰਟੀ ਨੂੰ ਗੱਲਾਂ ਬਾਤਾਂ ਚੱਲ ਰਹੀਆਂ। ਐਕਚੁਅਲੀ ਇਹ ਤਾਂ ਦੇਖੋ ਮੇਰੇ ਵਰਗਾ ਬੰਦਾ ਕਿਉਂ ਆ ਪਾਰਟੀਆਂ ਬਣਾਉਣੀਆਂ ਕੋਈ ਇੰਨੀਆਂ ਸੌਖੀਆਂ ਨਹੀਂ। ਅੱਛਾ ਇਹ ਤਾਂ ਕੋਈ ਉਹ ਜਿੱਦਾਂ ਨਾ ਸਿਲੈਕਟਿਵ ਦੀ ਲੀਕੇਜ ਕਰ ਦਿੰਦੇ ਆ, ਇਦਾਂ ਦੀ ਸਿਲੈਕਟਿਵ ਦੀ ਕੋਈ ਗੱਲ ਕਰ ਦਿੰਦੇ ਆ ਵੀ ਪਾਰਟੀ ਕਾਹਦੇ ਨਾਲ ਬਣਾਵੇ। ਪਾਰਟੀਆਂ ਬਹੁਤ, ਕਿਉਂਕਿ ਇਹ ਕੋਈ ਇੰਨਾ ਸੌਖਾ ਕੰਮ ਨਹੀਂ ਹੈਗਾ। ਪਿਛਲੇ ਸਮੇਂ ਦੇ ਵਿੱਚ ਵੀ ਪਾਰਟੀਆਂ ਬਹੁਤ ਬਣ ਗਈਆਂ, ਆਪਾਂ ਪਾਰਟੀ ਕੋਈ ਮਾੜੀ ਚੰਗੀ ਹੈ ਹੀ ਨਹੀਂ, ਉਹਦੇ ਚਲਾਉਣ ਵਾਲੇ ਬੰਦੇ ਮਾੜੇ ਨੇ। ਦੇਖੋ ਅਕ੍ਰੋਸ ਦਾ ਪਾਰਟੀ ਲਾਈਨ ਬੰਦੇ ਚੰਗੇ, ਕਿਉਂਕਿ ਓਪੋਜੀਸ਼ਨ ਵੀ ਬੰਦੇ, ਕਿਉਂਕਿ ਜਦੋਂ ਓਪੋਜੀਸ਼ਨ ਵੀ ਬੰਦੇ ਚੰਗੇ ਹੁੰਦੇ ਆ ਤਾਂ ਵੀ ਸਰਕਾਰ ਚੰਗੀ ਚੱਲਦੀ ਹੈ। ਇਹ ਨਹੀਂ ਹੁੰਦਾ ਕਿ ਅਕ੍ਰੋਸ ਦਾ ਪਾਰਟੀ ਲਾਈਨ ਹੋ ਸਕਦਾ ਵੀ, ਕਿਉਂਕਿ ਦੇਖੋ ਫ੍ਰੈਂਕਲੀ ਸਪੀਕਿੰਗ ਜਿਹੜੇ ਮਿਸਟਰ ਮਹਿਰਾ ਆ ਉਹਨਾਂ ਨੇ ਬਹੁਤ ਇਸ਼ੂ ਚੱਕੇ, ਪਰ ਆ ਜਿਹੜਾ ਲਾਸਟ ਦੇ ਉੱਤੇ ਗੱਲ ਹੋਈ ਹੈ ਮੈਨੂੰ ਲੱਗਦਾ ਇਹ ਨਹੀਂ ਸੀ ਹੋਣੀ ਚਾਹੀਦੀ, ਕਿਉਂਕਿ ਮੇਰੇ ਵਰਗੇ ਬੰਦੇ ਨੂੰ ਤਾਂ ਯਾਰ ਰਾਦਰ ਆਈ ਕੁਇਟ ਐਂਡ ਸਿਟ ਐਟ ਫਿਰ ਕੀ ਕਰਦਾ, ਕਿਉਂਕਿ ਜੇ ਸਕੋਰ ਇੰਨਾ ਲੜ ਕੇ ਜੇ ਠੀਕ ਨਹੀਂ ਹੋ ਸਕਦਾ ਤਾਂ ਫਿਰ ਥੈਂਕ ਯੂ ਵੈਰੀ ਮਚ। ਕਿਉਂਕਿ ਪੰਜਾਬ ਮੇਰੇ ਇਕੱਲੇ ਦਾ ਨਹੀਂ ਹੈ ਨਾ, ਪੰਜਾਬ ਆਪਣਾ ਸਾਰਿਆਂ ਦਾ ਸਾਂਝਾ ਹੈ, ਪੰਜਾਬ ਇਹਦਾ ਨਹੀਂ ਹੈਗਾ। ਕਿਉਂਕਿ ਜਿਹਨੂੰ ਵੀ ਲੱਗਦਾ ਕਿ ਹਾਂ ਵੀ ਆਪਾਂ ਕੰਟਰੀਬਿਊਟ ਕਰ ਸਕਦੇ ਹਾਂ, ਕੰਟਰੀਬਿਊਟ ਕਰ ਸਕਦੇ।